मैं ऑफिस तो वापस आ रही सी कि मोबाइल ਦੀ ਘੰਟੀ ਵੱਜੀ। मैं फ़ोन ਚੱਕਿਆ ਤਾਂ ਕਿਸੇ ਨੇ ਦੱਸਿਆ ਕਿ ਮੇਰੇ ਸਹੁਰੇ ਦੀ ਮੌਤ ਹੋ ਗਈ ਹੈ। ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਂ ਬੌਸ ਨਾਲ ਗੱਲ ਕਰਕੇ ਛੁੱਟੀ ਲੈ ਲਈ ਤੇ ਰੇਲ ਦੀ ਟਿਕਟ ਬੁੱਕ ਕਰਵਾ ਦਿੱਤੀ। ਮੈਂ ਆਪਣੇ ਕੱਪੜੇ ਪੈਕ ਕੀਤੇ ਤੇ ਦਿੱਲੀ ਵੱਲ ਚੱਲ ਪਈ। ਟ੍ਰੇਨ ਚੱਲ ਪਈ। ਸੀਟ 'ਤੇ ਬੈਠਦੇ ਹੀ ਯਾਦਾਂ ਦੀ ਨਦੀ ਦਿਲ ਦੀ ਜ਼ਮੀਨ 'ਤੇ ਵਹਿਣ ਲੱਗੀ। ਮੈਨੂੰ ਆਪਣੇ ਸਹੁਰੇ ਦਾ ਚਿਹਰਾ ਬਾਰ-ਬਾਰ ਯਾਦ ਆ ਰਿਹਾ ਸੀ। ਮੇਰਾ ਦਿਲ ਇਹ ਮੰਨਣ ਨੂੰ ਤਿਆਰ ਹੀ ਨਹੀਂ ਸੀ। ਮੈਨੂੰ ਜ਼ਿੰਦਗੀ ਦਾ ਇੱਕ-ਇੱਕ ਘਟਨਾਕ੍ਰਮ ਯਾਦ ਆਉਣ ਲੱਗਾ। ਮੈਨੂੰ ਅੱਜ ਵੀ ਯਾਦ ਹੈ, ਮੈਂ ਵਿਆਹ ਕੇ ਜਦੋਂ ਆਪਣੇ ਸਸੁਰਾਲ ਆਈ ਸੀ ਤਾਂ ਮੈਂ ਪਹਿਲੀ ਵਾਰ ਆਪਣੇ ਸਹੁਰੇ ਦੇ ਪੈਰੀਂ ਹੱਥ ਲਾਏ ਸੀ। ਉਦੋਂ ਉਹਨਾਂ ਨੇ ਕਿਹਾ ਸੀ ਕਿ ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਇਸ ਘਰ ਨੂੰ ਕਦੇ ਆਪਣੇ ਪੇਕਿਆਂ ਦਾ ਘਰ ਨਾ ਸਮਝੀ, ਇਹ ਤੇਰਾ ਸਸੁਰਾਲ ਹੈ। ਮੈਂ ਉਹਨਾਂ ਦੇ ਇਹ ਕਠੋਰ ਸ਼ਬਦ ਸੁਣ ਕੇ ਹੈਰਾਨ ਵੀ ਹੋਈ ਤੇ ਡਰ ਵੀ ਗਈ ਸੀ। ਮੇਰੇ ਪਤੀ ਅਮਨ ਫੌਜ ਵਿੱਚ ਸਨ। ਵਿਆਹ ਕਰਕੇ ਉਹ 1 ਮਹੀਨੇ ਦੀ ਛੁੱਟੀ ਲੈ ਕੇ ਆਏ ਸਨ। ਵਿਆਹ ਤੋਂ ਬਾਅਦ ਅਸੀਂ ਪਹਿਲਾਂ ਮਨਾਲੀ ਤੇ ਫਿਰ ਪੂਨੇ ਘੁੰਮਣ ਲਈ ਗਏ। ਛੁੱਟੀਆਂ ਖਤਮ ਹੋਣ 'ਤੇ ਮੇਰੇ ਪਤੀ ਵਾਪਸ ਆਪਣੀ ਡਿਊਟੀ 'ਤੇ ਚਲੇ ਗਏ। ਕੁਝ ਦਿਨਾਂ ਬਾਅਦ ਫੌਜ ਵਿੱਚੋਂ ਫ਼ੋਨ ਆਇਆ। ਸਵੇਰ ਦੇ 5 ਵਜੇ ਸਨ। ਮੇਰੇ ਸਹੁਰੇ ਨੇ ਫ਼ੋਨ ਚੱਕਿਆ। ਅੱਗਿਓਂ ਉਹਨਾਂ ਨੇ ਕਿਹਾ, ਸਾਨੂੰ ਇਹ ਖਬਰ ਦਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਕੱਲ੍ਹ ਰਾਤ ਆਤੰਕਵਾਦੀਆਂ ਨੇ ਸੀਮਾ 'ਤੇ ਹਮਲਾ ਕਰ ਦਿੱਤਾ। ਉਹਨਾਂ ਨਾਲ ਲੜਦੇ ਹੋਏ ਤੁਹਾਡੇ ਬੇਟੇ ਅਮਨ ਸਮੇਤ 2 ਫੌਜੀ ਸ਼ਹੀਦ ਹੋ ਗਏ। ਫ਼ੋਨ ਕੱਟ ਕੇ ਮੇਰੇ ਸਹੁਰੇ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਨੇ ਨਾਪੇ ਤੋਲੇ ਸਾਫ਼ ਸ਼ਬਦਾਂ ਵਿੱਚ ਮੈਨੂੰ ਮੇਰੇ ਪਤੀ ਦੇ ਸ਼ਹੀਦ ਹੋਣ ਦੀ ਖਬਰ ਸੁਣਾਈ। ਉਹਨਾਂ ਦੀ ਗੱਲ ਸੁਣ ਕੇ ਮੈਨੂੰ ਲੱਗਿਆ ਕਿ ਉਹਨਾਂ ਨੂੰ ਆਪਣੇ ਬੇਟੇ ਦੇ ਸ਼ਹੀਦ ਹੋਣ ਦਾ ਦੁੱਖ ਹੈ ਵੀ ਕਿ ਨਹੀਂ। ਉਹ ਆਪਣੇ ਬੇਟੇ ਦੀ ਮੌਤ 'ਤੇ ਇੰਨੇ ਸਖਤ ਕਿਵੇਂ ਬਣ ਸਕਦੇ ਹਨ? ਕੋਈ ਪਿਤਾ ਇੰਨਾ ਪੱਥਰ ਦਿਲ ਕਿਵੇਂ ਹੋ ਸਕਦਾ ਹੈ? ਇਹ ਸੋਚ ਕੇ ਮੈਂ ਹੈਰਾਨ ਸੀ। ਸਾਰੀਆਂ ਰਸਮਾਂ ਹੋ ਗਈਆਂ। ਕੁਝ ਦਿਨਾਂ ਤੱਕ ਮੇਰੇ ਸਹੁਰੇ ਨੇ ਮੇਰੇ ਵੱਲ ਕੋਈ ਧਿਆਨ ਨਹੀਂ ਦਿੱਤਾ। ਮੈਂ ਕਿਸੇ ਕੋਨੇ ਵਿੱਚ ਬੈਠ ਕੇ ਦਿਨ ਭਰ ਰੋਂਦੀ ਰਹਿੰਦੀ, ਪਰ ਉਹਨਾਂ ਨੇ ਆਪਣੇ ਸਮਾਜਿਕ ਕੰਮ ਉਸੇ ਤਰ੍ਹਾਂ ਜਾਰੀ ਰੱਖੇ। ਮੈਂ ਸੋਚਦੀ ਰਹਿੰਦੀ ਕਿ ਉਹ ਕਿਹੋ ਜਿਹਾ ਪਿਓ ਹੈ ਜਿਸ ਦੇ ਚਿਹਰੇ 'ਤੇ ਆਪਣੇ ਬੇਟੇ ਨੂੰ ਖੋਹਣ ਦਾ ਗਮ ਵੀ ਨਜ਼ਰ ਨਹੀਂ ਆ ਰਿਹਾ। ਇੱਕ ਦਿਨ ਮੈਂ ਉਹਨਾਂ ਨੂੰ ਪੁੱਛ ਹੀ ਲਿਆ ਕਿ ਪਾਪਾ, ਤੁਹਾਨੂੰ ਅਮਨ ਦੀ ਯਾਦ ਨਹੀਂ ਆਉਂਦੀ? ਉਹ ਮੇਰੇ ਵੱਲ ਦੇਖ ਕੇ ਕਹਿਣ ਲੱਗੇ ਕਿ ਜਿਸ ਦਿਨ ਫੌਜ ਵਿੱਚ ਭਰਤੀ ਹੋਇਆ ਸੀ ਉਸੇ ਦਿਨ ਆਪਣਾ ਦਿਲ ਕਠੋਰ ਕਰ ਲਿਆ ਸੀ। ਮੈਨੂੰ ਪਤਾ ਸੀ ਕਿ ਇਹ ਖਬਰ ਕਦੇ ਵੀ ਮਿਲ ਸਕਦੀ ਹੈ। ਫਿਰ ਮੇਰਾ ਬੇਟਾ ਤਾਂ ਦੇਸ਼ ਲਈ ਸ਼ਹੀਦ ਹੋਇਆ ਹੈ ਤਾਂ ਫਿਰ ਗਮ ਕਿਸ ਗੱਲ ਦਾ? ਮੈਨੂੰ ਤਾਂ ਮਾਣ ਹੈ ਇਸ ਗੱਲ ਦਾ। ਮੈਂ ਉਹਨਾਂ ਦੀਆਂ ਕਠੋਰ ਗੱਲਾਂ ਸੁਣ ਕੇ ਹੈਰਾਨ ਸੀ। ਕੁਝ ਦਿਨ ਹੋਰ ਬੀਤ ਗਏ। ਮੈਂ ਅਕਸਰ ਉਦਾਸ ਬੈਠੀ ਰਹਿੰਦੀ। ਇੱਕ ਦਿਨ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਕਿ ਇਹ ਕੀ ਸਾਰਾ ਦਿਨ ਕਮਰੇ ਵਿੱਚ ਲਾਸ਼ ਦੀ ਤਰ੍ਹਾਂ ਪਈ ਰਹਿੰਦੀ ਹੈ? ਅਮਨ ਦੀ ਮੌਤ ਹੋਈ ਹੈ, ਤੇਰੀ ਨਹੀਂ। ਮੈਂ ਹੰਝੂ ਪੂੰਝਦੇ ਹੋਏ ਕਿਹਾ, ਪਾਪਾ ਤੁਸੀਂ ਮੇਰਾ ਦੁੱਖ ਨਹੀਂ ਸਮਝ ਰਹੇ। ਮੇਰੇ ਇੰਨੇ ਕਹਿਣ 'ਤੇ ਉਹਨਾਂ ਨੇ ਕਿਹਾ, ਕੀ ਕਿਹਾ ਤੂੰ? ਮੈਂ ਤੇਰਾ ਦੁੱਖ ਨਹੀਂ ਸਮਝ ਸਕਦਾ। ਮੈਂ ਵੀ ਆਪਣੀ ਜਵਾਨੀ ਵਿੱਚ ਆਪਣੀ ਪਤਨੀ ਨੂੰ ਖੋ ਦਿੱਤਾ ਸੀ। ਉਦੋਂ ਅਮਨ ਸਿਰਫ 5 ਸਾਲ ਦਾ ਸੀ। ਜੇ ਤੂੰ ਆਪਣਾ ਪਤੀ ਖੋਇਆ ਹੈ ਤਾਂ ਮੈਂ ਵੀ ਆਪਣੀ ਜ਼ਿੰਦਗੀ ਦਾ ਇੱਕਮਾਤਰ ਸਹਾਰਾ ਖੋ ਦਿੱਤਾ ਹੈ। ਪਰ ਪਾਪਾ, ਮੇਰੇ ਸਾਹਮਣੇ ਪੂਰੀ ਜ਼ਿੰਦਗੀ ਪਈ ਹੈ, ਮੈਂ ਕੀ ਕਰਾਂ? ਉਹ ਕਹਿਣ ਲੱਗੇ, ਪਹਿਲਾਂ ਇਸ ਗਮ ਵਿੱਚੋਂ ਬਾਹਰ ਨਿਕਲ, ਫਿਰ ਹੀ ਕੁਝ ਸੋਚ ਸਕਦੀ ਹੈ। ਫਿਰ ਇੱਕ ਦਿਨ ਮੇਰੇ ਸਹੁਰੇ ਨੇ ਮੈਨੂੰ ਕਿਹਾ, ਅੱਜ ਤੋਂ ਜ਼ਿੰਮੇਵਾਰੀ ਭਰੀ ਜ਼ਿੰਦਗੀ ਜਿਉਣੀ ਸ਼ੁਰੂ ਕਰ। ਉਹਨਾਂ ਨੇ ਮੈਨੂੰ ਗੈਸ ਬੁਕਿੰਗ ਤੋਂ ਲੈ ਕੇ ਬੈਂਕ ਦੇ ਕੰਮ, ਬਿੱਲ ਭਰਨੇ, ਸਭ ਕੰਮ ਸਿਖਾ ਦਿੱਤੇ। ਸਭ ਕੁਝ ਕਰਨ ਤੋਂ ਬਾਅਦ ਵੀ ਮੈਂ ਉਦਾਸ ਹੀ ਰਹਿੰਦੀ। ਇੱਕ ਦਿਨ ਉਹ ਮੈਨੂੰ ਕਹਿਣ ਲੱਗੇ ਕਿ ਤੇਰਾ ਉਦਾਸ ਚਿਹਰਾ ਦੇਖ ਕੇ ਮੈਨੂੰ ਪਰੇਸ਼ਾਨੀ ਹੋ ਰਹੀ ਹੈ। ਤੂੰ ਆਪਣੇ ਪੇਕੇ ਚਲੀ ਜਾ ਜਾਂ ਫਿਰ ਕੋਈ ਕਿਰਾਏ ਦਾ ਘਰ ਦੇਖ ਲੈ ਆਪਣੇ ਲਈ, ਨਹੀਂ ਤਾਂ ਮੈਂ ਲੱਭ ਦਿੰਦਾ ਹਾਂ। ਮੈਂ ਕਿਹਾ ਕਿ ਮੈਂ ਇਕੱਲੀ ਕਿਵੇਂ ਰਹਾਂਗੀ? ਤਾਂ ਉਹ ਬੋਲੇ, ਇਹ ਤੇਰੀ ਸਮੱਸਿਆ ਹੈ, ਇਸ ਨੂੰ ਤੂੰ ਦੇਖ। ਦਿਨ ਪ੍ਰਤੀ ਦਿਨ ਉਹਨਾਂ ਦਾ ਇਸ ਤਰ੍ਹਾਂ ਦਾ ਕਠੋਰ ਵਿਵਹਾਰ ਦੇਖ ਕੇ ਮੈਂ ਤੈਅ ਕਰ ਲਿਆ ਕਿ ਹੁਣ ਰੋਣ ਨਾਲ ਕੰਮ ਨਹੀਂ ਚੱਲਣਾ। ਅਮਨ ਦੇ ਦੋਸਤ ਰਵੀ ਦੀ ਮਦਦ ਨਾਲ ਮੈਂ ਇੱਕ ਫਲੈਟ ਕਿਰਾਏ 'ਤੇ ਲੈ ਲਿਆ ਤੇ ਉੱਥੇ ਰਹਿਣ ਲੱਗੀ। ਹੁਣ ਅੰਦਰ ਬਾਹਰ ਦਾ ਸਾਰਾ ਕੰਮ ਮੈਨੂੰ ਆਪ ਹੀ ਕਰਨਾ ਪੈਂਦਾ ਸੀ। ਅਮਨ ਦੀ ਪੈਨਸ਼ਨ ਹਰ ਮਹੀਨੇ ਮਿਲ ਜਾਂਦੀ, ਇਸ ਲਈ ਕੋਈ ਆਰਥਿਕ ਪਰੇਸ਼ਾਨੀ ਨਹੀਂ ਸੀ, ਪਰ ਸਾਰਾ ਦਿਨ ਇਕੱਲੇ ਰਹਿਣਾ ਮੁਸ਼ਕਿਲ ਹੋ ਰਿਹਾ ਸੀ। ਇਸ ਲਈ ਮੈਂ ਕੰਪਿਊਟਰ ਸਿੱਖਣ ਲੱਗੀ। ਕੁਝ ਮਹੀਨਿਆਂ ਵਿੱਚ ਮੈਂ ਆਫਿਸ ਅਕਾਊਂਟਿੰਗ ਦਾ ਕੰਮ ਸਿੱਖ ਲਿਆ। ਇੱਕ ਦਿਨ ਅਮਨ ਦੇ ਦੋਸਤ ਰਵੀ ਦੀ ਪਤਨੀ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਮੇਰੇ ਆਫਿਸ ਵਿੱਚ ਅਕਾਊਂਟੈਂਟ ਦੀ ਜਗ੍ਹਾ ਖਾਲੀ ਹੈ, ਜੇ ਤੂੰ ਕਰਨਾ ਚਾਹੀਂ। ਮੈਂ ਸੋਚਿਆ ਕਿ ਕੋਸ਼ਿਸ਼ ਕਰ ਲੈਂਦੀ ਹਾਂ। ਮੈਂ ਨਿਯੁਕਤੀ ਪੱਤਰ ਭਰ ਦਿੱਤਾ। ਅਗਲੇ ਦਿਨ ਹੀ ਮੈਨੂੰ ਨੌਕਰੀ ਮਿਲ ਗਈ। ਮੈਂ ਨੌਕਰੀ ਜੁਆਇਨ ਕਰ ਲਈ। ਹੁਣ ਮੈਂ ਆਪਣੇ ਪੈਰਾਂ 'ਤੇ ਖੜੀ ਹੋ ਗਈ ਸੀ। ਇੱਕ ਦਿਨ ਮੈਂ ਆਪਣੇ ਸਹੁਰੇ ਨੂੰ ਮਿਲਣ ਲਈ ਸਸੁਰਾਲ ਗਈ ਕਿ ਉਹਨਾਂ ਨੂੰ ਆਪਣੀ ਨੌਕਰੀ ਬਾਰੇ ਦੱਸ ਦੇਵਾਂਗੀ, ਪਰ ਜਦੋਂ ਮੈਂ ਉੱਥੇ ਪਹੁੰਚੀ ਤਾਂ ਉਹਨਾਂ ਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ। ਮੈਂ ਹੈਰਾਨ ਸੀ। ਮੈਂ ਕੁਝ ਸਮੇਂ ਬਾਅਦ ਵਾਪਸ ਆ ਗਈ। ਸਮਾਂ ਬੀਤਦਾ ਗਿਆ। ਮੇਰਾ ਟਰਾਂਸਫਰ ਹੋਰ ਸ਼ਹਿਰ ਵਿੱਚ ਹੋ ਗਿਆ। ਮੈਂ ਜਾਣ ਤੋਂ ਪਹਿਲਾਂ ਆਪਣੇ ਸਹੁਰੇ ਨੂੰ ਮਿਲਣ ਗਈ ਤਾਂ ਇਸ ਵਾਰ ਵੀ ਉਹਨਾਂ ਨੂੰ ਮੇਰੇ ਟਰਾਂਸਫਰ ਬਾਰੇ ਪਹਿਲਾਂ ਹੀ ਪਤਾ ਸੀ।
ਮੈਂ ਹੈਰਾਨ ਸੀ ਕਿ ਉਹਨਾਂ ਨੂੰ ਸਭ ਪਹਿਲਾਂ ਹੀ ਕਿਸ ਤਰ੍ਹਾਂ ਪਤਾ ਚੱਲ ਜਾਂਦਾ ਹੈ। ਉਹਨਾਂ ਨੇ ਮੈਨੂੰ ਕਿਹਾ ਕਿ ਉੱਥੇ ਆਪਣੇ ਘਰ ਦਾ ਪਤਾ ਮੈਨੂੰ ਜਾਣਸਾਰ ਭੇਜ ਦੇਵੀਂ। ਦੂਜੇ ਸ਼ਹਿਰ ਪਹੁੰਚ ਕੇ ਮੈਂ ਘਰ ਕਿਰਾਏ 'ਤੇ ਲਿਆ ਅਤੇ ਉੱਥੋਂ ਦਾ ਪਤਾ ਆਪਣੇ ਸਹੁਰੇ ਨੂੰ ਵੀ ਦੇ ਦਿੱਤਾ। ਪਰ 3 ਮਹੀਨਿਆਂ ਬਾਅਦ ਹੀ ਮੈਨੂੰ ਆਪਣੇ ਸਹੁਰੇ ਦੀ ਮੌਤ ਦੀ ਖਬਰ ਮਿਲ ਗਈ। ਸਭ ਕੁਝ ਮੇਰੀਆਂ ਅੱਖਾਂ ਸਾਹਮਣੇ ਇੱਕ ਫਿਲਮ ਦੀ ਤਰ੍ਹਾਂ ਚੱਲ ਰਿਹਾ ਸੀ। ਮੈਂ ਦਿੱਲੀ ਪਹੁੰਚ ਗਈ। ਮੈਂ ਆਖਰੀ ਵਾਰ ਆਪਣੇ ਸਹੁਰੇ ਦੇ ਦਰਸ਼ਨ ਕੀਤੇ। ਸਭ ਰਸਮਾਂ ਹੋ ਗਈਆਂ। ਫਿਰ ਮੈਨੂੰ ਮੇਰੇ ਚਚੇਰੇ ਦਿਓਰ ਨੇ ਇੱਕ ਫਾਈਲ ਦਿੱਤੀ ਜਿਸ ਵਿੱਚ ਮੇਰੇ ਸਹੁਰੇ ਨੇ ਮੇਰੇ ਨਾਮ ਵਸੀਅਤ ਲਿਖੀ ਸੀ। ਉਹਨਾਂ ਨੇ ਸਾਰੀ ਸੰਪत्ति ਮੇਰੇ ਨਾਮ ਕਰ ਦਿੱਤੀ ਸੀ। ਉਸ ਵਿੱਚ ਮੈਨੂੰ ਇੱਕ ਚਿੱਠੀ ਵੀ ਮਿਲੀ ਜਿਸ ਵਿੱਚ ਲਿਖਿਆ ਸੀ, ਬੇਟਾ ਇਹ ਪੱਤਰ ਤੈਨੂੰ ਮੇਰੀ ਮੌਤ ਤੋਂ ਬਾਅਦ ਹੀ ਮਿਲੇਗਾ। ਤੂੰ ਮੇਰੇ ਕਠੋਰ ਸੁਭਾਅ ਨੂੰ ਦੇਖ ਕੇ ਹੈਰਾਨ ਸੀ। ਮੈਂ ਜਾਣਬੁੱਝ ਕੇ ਹੀ ਅਜਿਹਾ ਕੀਤਾ ਸੀ ਤਾਂ ਜੋ ਤੂੰ ਇਸ ਸੁੰਨੇ ਕੋਨੇ ਵਿੱਚੋਂ ਬਾਹਰ ਨਿਕਲ ਕੇ ਦੁਨੀਆਦਾਰੀ ਨੂੰ ਸਮਝ ਸਕੀ। ਰਵੀ ਦੀ ਪਤਨੀ ਨੂੰ ਵੀ ਨੌਕਰੀ ਲਈ ਮੈਂ ਹੀ ਤੇਰੇ ਕੋਲ ਭੇਜਿਆ ਸੀ। ਤੇਰੇ ਟ੍ਰਾਂਸਫਰ ਦੀ ਜਾਣਕਾਰੀ ਵੀ ਉਸਨੇ ਹੀ ਮੈਨੂੰ ਦਿੱਤੀ ਸੀ। ਬੇਟਾ ਜ਼ਮਾਨੇ ਦੇ ਨਾਲ ਬਦਲਣਾ ਪੈਂਦਾ ਹੈ। ਵੈਸੇ ਵੀ ਇਕੱਲੀ ਔਰਤ ਦਾ ਰਹਿਣਾ ਦੁਸ਼ਵਾਰ ਹੋ ਜਾਂਦਾ ਹੈ। ਸਮੇਂ ਰਹਿੰਦੇ ਜੇ ਕੋਈ ਚੰਗਾ ਜੀਵਨ ਸਾਥੀ ਮਿਲ ਜਾਵੇ ਤਾਂ ਵਿਆਹ ਜ਼ਰੂਰ ਕਰ ਲੈਣਾ। ਜੋ ਮਰ ਗਿਆ ਉਸ ਦੇ ਨਾਲ ਤਾਂ ਨਹੀਂ ਮਰਿਆ ਜਾਂਦਾ। ਮੈਨੂੰ ਫਿਕਰ ਸੀ ਕਿ ਕਿਤੇ ਤੈਨੂੰ ਨਿਰਾਸ਼ ਜ਼ਿੰਦਗੀ ਬਤੀਤ ਕਰਨ ਦੀ ਆਦਤ ਨਾ ਪੈ ਜਾਵੇ, ਕਿਉਂਕਿ ਧਨ ਦੌਲਤ ਹਰ ਖੁਸ਼ੀ ਨਹੀਂ ਦੇ ਸਕਦਾ। ਇਸ ਲਈ ਮੈਂ ਵੀ ਆਪਣਾ ਮਨ ਸਮਾਜਿਕ ਕੰਮਾਂ ਵਿੱਚ ਲਾਉਂਦਾ ਸੀ। ਤੂੰ ਤਾਂ ਆਪਣੇ ਆਪ ਨੂੰ ਇੱਕ ਸੁੰਨੇ ਕੋਨੇ ਵਿੱਚ ਕੈਦ ਕਰ ਲਿਆ ਸੀ। ਮੈਂ ਖੁਸ਼ ਹਾਂ ਕਿ ਤੂੰ ਫਿਰ ਤੋਂ ਜਿਉਣਾ ਸਿੱਖ ਲਿਆ ਹੈ। ਮੈਂ ਇਹੀ ਚਾਹੁੰਦਾ ਸੀ। ਹੁਣ ਮੈਂ ਸਭ ਕੁਝ ਤੈਨੂੰ ਸੌਂਪ ਰਿਹਾ ਹਾਂ। ਹਮੇਸ਼ਾ ਖੁਸ਼ ਰਹਿਣਾ। ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਨਦੀ ਵਹਿ ਤੁਰੀ। ਕਾਸ਼ ਉਹਨਾਂ ਦਾ ਇਹ ਇਰਾਦਾ ਮੈਂ ਪਹਿਲਾਂ ਸਮਝ ਪਾਉਂਦੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ